Now, students, today we will do questions of lesson 3, the age of farming. Now, the first question is, why did the early humans live their nomadic life? So, जो मुढ़ले मनुख सन ਉਹਨਾਂ ਨੇ ਆਪਣੀ ਨੋਮੈਡਿਕ ਲਾਈਫ ਜੋ ਟੱਪਰੀ ਵਾਸੀ ਵਾਲੀ ਜ਼ਿੰਦਗੀ ਸੀ ਉਹ ਕਿਉਂ ਛੱਡ ਦਿੱਤੀ। ਜਿਸ ਤਰ੍ਹਾਂ ਉਹ ਉਹਨਾਂ ਦਾ ਇੱਕ ਜਗ੍ਹਾ 'ਤੇ ਠਿਕਾਣਾ ਨਹੀਂ ਸੀ, ਕੋਈ ਪੱਕਾ ਘਰ ਨਹੀਂ ਸੀ ਅਤੇ ਉਹ ਪੱਤਿਆਂ ਦੇ ਨਾਲ ਹੀ ਆਪਣੇ ਸਰੀਰ ਨੂੰ ਢੱਕਦੇ ਸਨ ਅਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਜੋ ਮਿਲਦਾ ਸੀ ਉਹ ਇਸ ਤਰ੍ਹਾਂ ਹੀ ਖਾ ਲੈਂਦੇ ਸਨ। ਤੋ ਜਦੋਂ ਉੱਥੇ ਪੱਤੇ ਜਾਂ ਜਾਨਵਰ ਮੁੱਕ ਜਾਣੇ ਤਾਂ ਉਹ ਆਪਣੀ ਜਗ੍ਹਾ ਬਦਲ ਲੈਂਦੇ ਸਨ ਭੋਜਨ ਦੀ ਭਾਲ ਦੇ ਵਿੱਚ। ਸੋ ਇਸ ਤਰੀਕੇ ਨਾਲ ਉਹ ਜਿਉਂਦੇ ਸੀ। ਸੋ ਅਚਾਨਕ ਕਹਿੰਦੇ ਕਿ ਉਹਨਾਂ ਨੇ ਫਿਰ ਇਹ ਵਾਲੀ ਜੋ ਜ਼ਿੰਦਗੀ ਹੈ ਟੱਪਰੀ ਵਾਸੀ ਵਾਲੀ ਕਿਉਂ ਛੱਡ ਦਿੱਤੀ। ਸੋ ਆਨਸਰ ਨੰਬਰ 1, ਦੇ ਲੈਫਟ ਦਿਓਰ ਨੋਮੈਡਿਕ ਲਾਈਫਸ, ਉਹਨਾਂ ਨੇ ਆਪਣੀ ਟੱਪਰੀ ਵਾਸੀ ਵਾਲੀ ਜੋ ਜ਼ਿੰਦਗੀ ਜਿਉਂਦੇ ਸਨ ਉਹਨਾਂ ਨੇ ਛੱਡ ਦਿੱਤੀ ਬਿਕੋਜ਼ ਕਿਉਂਕਿ ਦੇ ਹੈਡ ਲਰਨਡ ਫਾਰਮਿੰਗ, ਕਿਉਂਕਿ ਹੁਣ ਉਹਨਾਂ ਨੇ ਖੇਤੀਬਾੜੀ ਸਿੱਖ ਲਈ ਸੀ ਐਂਡ ਟੂ ਸਟੇ ਇਨ ਵਨ ਪਲੇਸ, ਅਤੇ ਇੱਕ ਜਗ੍ਹਾ 'ਤੇ ਰਹਿਣਾ ਉਹਨਾਂ ਨੇ ਸਿੱਖ ਲਿਆ ਸੀ, ਹੈ ਨਾ, ਇੱਕ ਜਗ੍ਹਾ 'ਤੇ ਵਸਣਾ ਸਿੱਖ ਲਿਆ ਸੀ। ਕਾਹਦੇ ਲਈ? ਟੂ ਟੇਕ ਕੇਅਰ ਆਫ ਦੇਅਰ ਕ੍ਰੌਪਸ, ਆਪਣੀ ਜੋ ਫਸਲ ਹੈ ਉਸਦੀ ਰਾਖੀ ਕਰਨ ਲਈ, ਕਿਉਂਕਿ ਖੇਤੀਬਾੜੀ ਜਦ ਸਿੱਖ ਲਈ ਹੈ ਨਾ, ਸੋ ਫਿਰ ਉੱਥੇ ਹੁਣ ਆਪਣੀ ਫਸਲਾਂ ਉਗਾਉਣ ਲੱਗ ਪਏ ਸਨ। ਹੁਣ ਫਸਲ ਦੀ ਰਾਖੀ ਵੀ ਕਰਨੀ ਹੁੰਦੀ ਸੀ, ਜੇ ਉਹ ਛੱਡ ਕੇ ਅੱਗੇ ਚਲੇ ਜਾਂਦੇ ਤਾਂ ਪਿੱਛੋਂ ਰਾਖੀ ਕੌਣ ਕਰਦਾ। ਸੋ ਉਸ ਰਾਖੀ ਦੀ ਕਰਨ ਕਰਕੇ ਹੀ ਆਪਣੇ ਖੇਤਾਂ ਦੀ ਫਸਲ ਦੀ ਰਾਖੀ ਕਰਨ ਲਈ ਉਹ ਇੱਕ ਜਗ੍ਹਾ 'ਤੇ ਵਸ ਗਏ ਸਨ। ਸੋ ਦੇ ਸੈਟਲ ਡਾਊਨ, ਸੋ ਉੱਥੇ ਵਸ ਗਏ ਐਂਡ ਸਟਾਰਟਡ ਅ ਨੋਰਮਲ ਲਾਈਫ। ਸੋ ਇਸ ਤਰ੍ਹਾਂ ਉਹਨਾਂ ਨੇ ਆਮ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ। ਨਾਓ ਸੈਕਿੰਡ ਕੁਐਸਚਨ, why did pottery making start during the neolithic age? ਸੋ ਕਹਿੰਦੇ ਕਿ ਜੋ ਪੋਟਰੀ ਮੇਕਿੰਗ ਹੈ ਨਾ, ਭਾਂਡੇ, ਪਹਿਲਾਂ ਭਾਂਡੇ ਨਹੀਂ ਸਨ। ਸੋ ਕਹਿੰਦੇ ਕਿ ਜੋ ਭਾਂਡੇ ਬਣਨੇ ਸ਼ੁਰੂ ਹੋਏ, ਭਾਂਡਿਆਂ ਦੀ ਸ਼ੁਰੂਆਤ ਹੋਈ ਕਿਸ ਸਮੇਂ ਦੌਰਾਨ? ਨਿਊਲਿਥਿਕ ਏਜ ਦੌਰਾਨ, ਹੈ ਨਾ, ਨਵੇਂ ਯੁੱਗ ਦੇ ਦੌਰਾਨ, ਪੱਥਰ ਯੁੱਗ ਦੇ ਨਵੇਂ ਯੁੱਗ ਦੇ ਦੌਰਾਨ। ਪੱਥਰ ਯੁੱਗ ਦੇ ਅਸੀਂ ਪੜ੍ਹਿਆ 3 ਪੜਾਅ ਸਨ, ਪੈਲੀਓਲਿਥਿਕ ਅਤੇ ਇੱਕ ਆਪਣਾ ਵਿਚਕਾਰਲਾ ਸੀਗਾ, ਹੈ ਨਾ, ਸੋ ਮੈਜ਼ੋਲਿਥਿਕ ਸੀ ਐਂਡ ਥਰਡ ਵਨ ਸੀ ਨਿਊਲਿਥਿਕ ਏਜ, ਯਾਨੀ ਕਿ ਲਾਸਟ ਵਾਲਾ ਨਵਾਂ ਯੁੱਗ ਜਿਸ ਨੂੰ ਕਿਹਾ ਗਿਆ ਸੀ ਪੱਥਰ ਯੁੱਗ ਦਾ। ਸੋ ਉਸ ਸਮੇਂ ਦੌਰਾਨ ਹੀ ਕਿਉਂ ਭਾਂਡੇ ਜੋ ਹਨ, ਹੈ ਨਾ, ਬਰਤਨ ਹਨ, ਉਹ ਬਣਨੇ ਸ਼ੁਰੂ ਹੋਏ ਸੀ, ਉਸੇ ਸਮੇਂ ਕਿਉਂ ਬਣੇ ਸਨ। ਸੋ ਆਨਸਰ ਇਜ਼ ਵੈਨ ਦੇ ਲਰਨਡ ਫਾਰਮਿੰਗ, ਹੁਣ ਜਦੋਂ ਉਹਨਾਂ ਨੇ ਖੇਤੀਬਾੜੀ ਸਿੱਖ ਲਈ ਸੀ, ਹੈ ਨਾ, ਖੇਤੀ ਕਰਨੀ ਸਿੱਖ ਲਈ ਸੀ, ਦੇ ਸਟਾਰਟਡ ਸਟੋਰਿੰਗ ਦਿਓਰ ਗ੍ਰੇਨਸ ਇਨ ਲਾਰਜ ਬਾਸਕਟਸ ਔਰ ਇਨ ਪਿਟਸ ਡਗ ਇਨਟੂ ਦ ਗਰਾਊਂਡ। ਸੋ ਜਿਵੇਂ ਉਹਨਾਂ ਨੇ ਖੇਤੀ ਕਰਨੀ ਸਿੱਖੀ ਤਾਂ ਉਹਨਾਂ ਨੇ ਅਨਾਜ ਨੂੰ ਵੱਡੀਆਂ ਟੋਕਰੀਆਂ ਦੇ ਵਿੱਚ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ, ਤਾਂ ਜਾਂ ਫਿਰ ਉਹ ਉਸਨੂੰ ਟੋਏ ਜਾਂ ਖਾਈ ਦੇ ਵਿੱਚ ਨਾ ਸੁਰੱਖਿਅਤ ਕਰਦੇ ਸਨ। ਇੱਕ ਟੋਆ ਪੁੱਟ ਲੈਂਦੇ ਸੀ ਧਰਤੀ ਦੇ ਵਿੱਚ, ਤਾਂ ਉਸ ਦੇ ਵਿੱਚ ਉਹ ਆਪਣਾ ਉਹਨੂੰ ਸਾਂਭ ਕੇ ਰੱਖਦੇ ਸੀ ਅਨਾਜ ਨੂੰ। ਸੋ ਸਟੋਰੇਜ ਆਫ ਗ੍ਰੇਨਸ, ਸੋ ਇਸ ਤਰੀਕੇ ਨਾਲ ਜੋ ਸਾਂਭ ਸੰਭਾਲ ਸੀਗੀ ਅਨਾਜ ਦੀ, ਜੋ ਵੀ ਸੰਭਾਲਦੇ ਸਨ ਟਿਲ ਦ ਨੈਕਸਟ ਸੀਜ਼ਨ, ਸੋ ਅਗਲੀ ਕਾਸ਼ਤ ਦੇ ਮੌਸਮ ਤੱਕ, ਹੈ ਨਾ। ਮੇਡ ਦੈਮ ਸਟਾਰਟ ਮੇਕਿੰਗ ਪੋਟਰੀ, ਤਾਂ ਉਸੀ ਚੀਜ਼ ਨੇ ਹੀ ਉਹਨਾਂ ਦੇ ਬਰਤਨ ਦੀ ਜ਼ਰੂਰਤ ਪੈਦਾ ਕਰ ਦਿੱਤੀ, ਜਿਹਨੂੰ ਸਾਂਭ ਕੇ ਰੱਖਣਾ ਪੈਂਦਾ ਸੀਗਾ ਟੋਕਰੀਆਂ ਦੇ ਵਿੱਚ, ਕਦੇ ਜ਼ਮੀਨ ਦੇ ਹੇਠਾਂ ਟੋਏ ਪੁੱਟ ਕੇ। ਫਿਰ ਉਹਨਾਂ ਨੇ ਭਾਂਡਿਆਂ ਦੀ ਜਿਵੇਂ ਸ਼ੁਰੂਆਤ ਹੋਈ, ਭਾਂਡਿਆਂ ਦੀ ਕਿਉਂ ਹੋਈ? ਇਸੇ ਪਿੱਛੇ ਉਹਨਾਂ ਨੂੰ ਜ਼ਰੂਰਤ ਪੈ ਗਈ, ਹੈ ਨਾ, ਭਾਂਡਿਆਂ ਦੀ ਲੋੜ ਦਿਸਣ ਲੱਗ ਪਈ ਬਰਤਨਾਂ ਦੀ। ਸੋ ਉਸ ਚੀਜ਼ ਨੇ ਹੀ ਜ਼ਰੂਰਤ ਜਿਹੜੀ ਹੈ ਬਰਤਨ ਦੀ ਉਹ ਪੈਦਾ ਕਰ ਦਿੱਤੀ। ਨਾਓ ਕੁਐਸਚਨ ਨੰਬਰ 3 ਇਜ਼ ਵਾਟ ਇਜ਼ ਅ ਟਰਾਈਬ? ਜੋ ਟਰਾਈਬ ਯਾਨੀ ਕਿ ਕੋਈ ਜਾਤੀ ਹੈ ਜਾਂ ਕਬੀਲੇ, ਹੈ ਨਾ, ਇਸ ਦਾ ਕੀ ਅਰਥ ਹੈ? ਨਾਓ ਆਨਸਰ ਇਜ਼ a tribe is a group of 2 to 3 generations living together in small settlements or villages. So a tribe यानी कि एक कबीला, एक ग्रुप है ना, समूह ਹੁੰਦਾ ਹੈ of ਕਿਸ ਦਾ? 2 to 3 generations, 2 ਤੋਂ 3 ਪੀੜ੍ਹੀਆਂ ਦਾ, living together, ਹੈ ਨਾ, ਜੋ ਕਿ ਇਕੱਠੇ ਰਹਿੰਦੇ ਨੇ ਮਿਲ ਕੇ, in small settlements, ਛੋਟੀਆਂ ਬਸਤੀਆਂ ਵਿੱਚ, ਔਰ ਵਿਲੇਜਸ ਜਾਂ ਫਿਰ ਪਿੰਡਾਂ ਦੇ ਵਿੱਚ ਇਕੱਠੇ ਰਹਿੰਦੇ ਹਨ, ਉਹਨਾਂ ਨੂੰ ਕਿਹਾ ਜਾਂਦਾ ਹੈ ਟਰਾਈਬ। ਸੋ ਦਿਸ ਇਜ਼ ਕਾਲਡ ਟਰਾਈਬ। ਨਾਓ ਕੁਐਸਚਨ ਨੰਬਰ 4, ਨੇਮ 2 ਆਈਟਮਸ, ਉਹ ਇਹੋ ਅਜਿਹੀਆਂ 2 ਆਈਟਮਸ ਦੇ ਅਸੀਂ ਨਾਮ ਦੱਸਣੇ ਹਨ ਵਸਤਾਂ ਦੇ, ਡਿਸਕਵਰਡ ਇਨ ਬੁਰਜ਼ਾਹਮ, ਜੋ ਕਿ ਬੁਰਜ਼ਾਹਮ ਦੇ ਵਿੱਚ ਜਿਨ੍ਹਾਂ ਨੂੰ ਡਿਸਕਵਰ ਕੀਤਾ ਗਿਆ, ਯਾਨੀ ਕਿ ਜਿਨ੍ਹਾਂ ਦੀ ਖੋਜ ਕੀਤੀ ਗਈ, ਹੈ ਨਾ, ਖੁਦਾਈ ਸਮੇਂ ਮਿਲਦੀਆਂ ਜਾਂ ਕੁਛ ਚੀਜ਼ਾਂ, ਹੈ ਨਾ, ਇਸ ਤਰੀਕੇ ਨਾਲ। ਐਨ ਇੰਪੋਰਟੈਂਟ ਨਿਊਲਿਥਿਕ ਸਾਈਟ, ਜੋ ਕਿ ਨਵੇਂ ਯੁੱਗ ਦੇ ਦੌਰਾਨ ਦੀ ਇੱਕ ਮਹੱਤਵਪੂਰਨ ਖੋਜ ਸੀ, ਹੈ ਨਾ। ਇਹੋ ਜਿਹੀਆਂ 2 ਖੋਜਾਂ ਦੇ ਅਸੀਂ ਨਾਮ ਦੱਸਣੇ ਨੇ।
नाउ द फोर्थ आंसर इज पिट हाउसेस। पिट हाउसेस यानी कि जो ਜ਼ਮੀਨ ਦੇ ਹੇਠ ਹੈ ਨਾ ਟੋਆ ਪੁੱਟ ਕੇ ਭੋਰੇ ਕਹਿ ਸਕਦੇ ਹਾਂ ਆਪਾਂ, ਹੈ ਨਾ, ਭੋਰੇ ਹੋ ਗਏ ਉਸ ਤਰ੍ਹਾਂ ਦੇ ਘਰ। ਕੁਕਿੰਗ ਹਰਟਸ ਯਾਨੀ ਕਿ ਆਪਣੇ ਰਸੋਈਆਂ ਦੇ ਵਿੱਚ ਜੋ ਅੰਗੀਠੀਆਂ ਹੁੰਦੀਆਂ ਨੇ ਨਾ ਉਹ ਹੋ ਗਈਆਂ। ਐਂਡ ਅ ਸਟੋਨ ਸਲੈਬ ਵਿਦ ਅ ਪੇਂਟਿੰਗ, ਅਤੇ ਪੱਥਰ ਦੀ ਫੱਟੀ ਜਿਸ ਉੱਤੇ ਚਿੱਤਰਕਾਰੀ ਕੀਤੀ ਹੋਈ ਸੀ, ਹੈ ਨਾ। ਸੋ ਇਹ ਮਹੱਤਵਪੂਰਨ ਖੋਜਾਂ ਸੀ ਨਿਓਲਿਥਿਕ ਏਜ ਦੀਆਂ। ਨਾਓ ਲੌਂਗ ਆਂਸਰ ਟਾਈਪ ਕੁਐਸਚਨਸ। ਫਸਟ ਕੁਐਸਚਨ ਹੈ ਹਾਊ ਡੂ ਵੀ ਗੈਟ ਟੂ ਨੋ ਅਬਾਊਟ ਦ ਨਿਓਲਿਥਿਕ ਪੀਪਲ। ਸੋ ਕਹਿੰਦੇ ਕਿ ਜੋ ਨਵੇਂ ਯੁੱਗ ਦੇ ਲੋਕ ਹਨ, ਹੈ ਨਾ, ਅਸੀਂ ਉਹਨਾਂ ਬਾਰੇ ਕਿਵੇਂ ਜਾਣ ਸਕਦੇ ਹਾਂ। ਹਾਊ ਡੂ ਵੀ ਗੈਟ, ਕਿਵੇਂ ਸਾਨੂੰ ਪਤਾ ਲੱਗਿਆ ਉਹਨਾਂ ਬਾਰੇ, ਨਵੇਂ ਯੁੱਗ ਦੇ ਲੋਕਾਂ ਬਾਰੇ ਵੀ ਨਿਓਲਿਥਿਕ ਪੀਪਲ ਨੇ, ਉਸ ਸਮੇਂ ਦੇ ਲੋਕ ਨੇ। ਸੋ ਨਾਓ ਆਂਸਰ ਇਜ਼ ਵੀ ਗੈਟ ਟੂ ਨੋ ਅਬਾਊਟ ਦ ਨਿਓਲਿਥਿਕ ਪੀਪਲ। ਸੋ ਅਸੀਂ ਨਵੇਂ ਯੁੱਗ ਦੇ ਲੋਕਾਂ ਬਾਰੇ ਕਿਵੇਂ ਜਾਣਿਆ, ਥਰੂ ਦ ਐਵੀਡੈਂਸਿਸ। ਸੋ ਜੋ ਐਵੀਡੈਂਸਿਸ, ਜੋ ਸਬੂਤ ਮਿਲੇ ਸਨ ਸਾਨੂੰ, ਫਾਊਂਡ ਬਾਏ, ਕਿਸ ਦੇ ਦੁਆਰਾ ਲੱਭੇ ਗਏ ਸਨ ਉਹ ਸਬੂਤ, ਆਰਕਿਓਲੋਜਿਸਟਸ, ਜੋ ਪੁਰਾਤਤਵ ਵਿਗਿਆਨੀ ਹੁੰਦੇ ਹਨ ਉਹਨਾਂ ਦੁਆਰਾ। ਡਿਊਰਿੰਗ, ਕਿਸ ਸਮੇਂ, ਐਕਸਕੇਵੇਸ਼ਨਸ, ਯਾਨੀ ਕਿ ਜਦੋਂ ਉਹਨਾਂ ਨੇ ਖੁਦਾਈ ਵਗੈਰਾ ਕੀਤੀ, ਹੈ ਨਾ, ਖੁਦਾਈ ਕਰਕੇ ਹੀ ਉਹਨਾਂ ਨੂੰ ਪਤਾ ਲੱਗਿਆ ਇਸ ਬਾਰੇ। ਮੇਡ ਇਨ ਪ੍ਰੈਜ਼ੈਂਟ ਡੇ ਕਸ਼ਮੀਰ, ਜਿਸ ਨੂੰ ਹੁਣ ਆਪਾਂ ਕਸ਼ਮੀਰ ਕਹਿੰਦੇ ਹਾਂ ਨਾ, ਤਾਂ ਉੱਥੇ ਹੀ ਖੁਦਾਈ ਕੀਤੀ ਗਈ। ਐਂਡ ਈਸਟ ਐਂਡ ਸਾਊਥ ਇੰਡੀਆ, ਅਤੇ ਸਾਊਥ ਐਂਡ ਈਸਟ ਇੰਡੀਆ ਦੇ ਵਿੱਚ। ਦੇ ਫਾਊਂਡ ਐਵੀਡੈਂਸਿਸ ਆਫ ਵੇਰੀਅਸ ਗ੍ਰੇਨਸ ਐਟ ਡਿਫਰੈਂਟ ਸਾਈਟਸ ਇਨ ਬਿਹਾਰ। ਸੋ ਉਹਨਾਂ ਨੇ ਕਾਫੀ ਸਾਰੇ ਸਬੂਤ ਹੋਰ ਲੱਭੇ, ਉਹਨਾਂ ਨੂੰ ਮਿਲੇ, ਕਿਸ ਦੇ, ਵੇਰੀਅਸ ਗ੍ਰੇਨਸ ਦੇ, ਯਾਨੀ ਕਿ ਅਲੱਗ-ਅਲੱਗ ਪ੍ਰਕਾਰ ਦੇ ਜੋ ਅਨਾਜ ਹੁੰਦੇ ਆ ਉਹਨਾਂ ਦੇ। ਕਿੱਥੇ, ਐਟ ਡਿਫਰੈਂਟ ਸਾਈਟਸ, ਅਲੱਗ-ਅਲੱਗ ਸਥਾਨਾਂ 'ਤੇ। ਕਿੱਥੇ, ਕਿਸ ਦੇ ਸਥਾਨਾਂ 'ਤੇ, ਬਿਹਾਰ ਦੇ ਕਈ ਥਾਵਾਂ 'ਤੇ ਮਿਲੇ, ਯੂਪੀ, ਬੁਰਜ਼ਾਹਮ ਐਂਡ ਆਂਧਰਾ ਪ੍ਰਦੇਸ਼। ਸੋ ਦੇ ਫਾਊਂਡ ਬੋਨਸ ਆਫ ਡੋਮੈਸਟੀਕੇਟਡ ਐਨੀਮਲਸ। ਸੋ ਉਹਨਾਂ ਨੂੰ ਡੋਮੈਸਟੀਕੇਟਡ ਐਨੀਮਲਸ, ਜਿਹਨੂੰ ਜਾਨਵਰਾਂ ਨੂੰ ਪਾਲਿਆ ਜਾਂਦਾ ਹੈ ਨਾ, ਉਹ ਪਸ਼ੂਆਂ ਦੇ ਵੀ ਹੱਡੀਆਂ ਮਿਲੀਆਂ, ਜਿਸ ਤਰ੍ਹਾਂ ਕਿ ਲਾਈਕ ਡੌਗ, ਕੈਟਲ, ਸ਼ੀਪ, ਔਕਸ ਐਕਸੈਕਟਰਾ। ਸੋ ਕਿੱਥੇ ਮਿਲੀਆਂ ਇਹਨਾਂ ਦੀਆਂ ਹੱਡੀਆਂ, ਇਨ ਯੂਪੀ, ਕਸ਼ਮੀਰ, ਬਿਹਾਰ ਐਂਡ ਆਂਧਰਾ ਪ੍ਰਦੇਸ਼। ਸੋ ਇੱਥੇ ਇਹਨਾਂ ਨੂੰ ਜਾਨਵਰਾਂ ਦੀਆਂ ਵੀ ਹੱਡੀਆਂ ਮਿਲੀਆਂ। ਸੋ ਆਰਕਿਓਲੋਜਿਸਟਸ, ਜੋ ਆਪਣੇ ਪੁਰਾਤਤਵ ਵਿਗਿਆਨੀ ਹਨ, ਆਲਸੋ ਫਾਊਂਡ, ਉਹਨਾਂ ਨੂੰ ਹੋਰ ਵੀ ਕੁਛ ਮਿਲਿਆ, ਟਰੇਸਿਸ ਆਫ ਹਟਸ ਔਰ ਪਿਟ ਹਾਊਸਿਸ ਇਨ ਬੁਰਜ਼ਾਹਮ। ਸੋ ਬੁਰਜ਼ਾਹਮ ਦੇ ਵਿੱਚ ਉਹਨਾਂ ਨੂੰ ਪਿਟ ਹਾਊਸਿਸ ਅਤੇ ਹਟਸ ਦੇ ਵੀ ਥੋੜ੍ਹੇ ਬਹੁਤੇ ਉਹਨਾਂ ਨੂੰ ਟਰੇਸਿਸ ਮਿਲੇ। ਸੋ ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਬੁਰਜ਼ਾਹਮ ਦੇ ਵਿੱਚ ਝੌਂਪੜੀਆਂ ਜਾਂ ਘਰਾਂ ਦੇ ਨਿਸ਼ਾਨ ਮਿਲੇ ਹਨ। ਤੋ ਇਹ ਪਿਟ ਹਾਊਸਿਸ ਕਹਿੰਦੇ ਜਿਹੜੇ ਟੋਏ ਵਾਲੇ ਘਰ ਹੁੰਦੇ ਨੇ, ਜ਼ਮੀਨ ਨੂੰ ਪੁੱਟ ਕੇ ਉਹਦੇ ਵਿੱਚ ਬਣਾਏ ਜਾਂਦੇ ਨੇ, ਉਹਨਾਂ ਵਿੱਚੋਂ ਪੌੜੀਆਂ ਹੁੰਦੀਆਂ ਨੇ ਅੰਦਰ ਬਾਹਰ, ਹੈ ਨਾ, ਸਟੈਪਸ ਅਸੀਂ ਪੜ੍ਹਿਆ ਹੈ ਉਸ ਤਰੀਕੇ ਨਾਲ। ਸੋ ਟੂਲਸ ਐਂਡ ਪੋਟਰੀ ਹੈਵ ਆਲਸੋ ਬੀਨ ਫਾਊਂਡ ਐਟ ਵੇਰੀਅਸ ਸਾਈਟਸ। ਸੋ ਹੋਰ ਕੀ ਮਿਲਿਆ, ਟੂਲਸ ਯਾਨੀ ਕਿ ਸੰਦ ਮਿਲੇ ਉਸ ਸਮੇਂ ਦੇ, ਨਵੇਂ ਯੁੱਗ ਦੇ ਨਿਓਲਿਥਿਕ ਟੂਲਸ ਵੀ ਮਿਲੇ ਉਹਨਾਂ ਨੂੰ। ਐਂਡ ਪੋਟਰੀ, ਜਿਸ ਤਰ੍ਹਾਂ ਕਿ ਪੋਟਰੀ ਬਣਨ ਲੱਗ ਪਈ ਸੀ, ਯਾਨੀ ਕਿ ਮਿੱਟੀ ਦੇ ਭਾਂਡੇ ਜੋ ਹੁੰਦੇ ਆ ਨਾ, ਭਾਂਡੇ ਜੋ ਆ ਉਹ ਵੀ ਉਹਨਾਂ ਨੂੰ ਉੱਥੋਂ ਮਿਲੇ ਕਾਫੀ ਜਗ੍ਹਾਵਾਂ ਤੋਂ। ਸੋ ਆਲ ਦਿਸ ਐਕਸਕੇਵੇਸ਼ਨਸ ਹੈਵ ਹੈਲਪਡ ਅਸ ਨੋ ਅਬਾਊਟ ਦ ਨਿਓਲਿਥਿਕ ਏਜ। ਸੋ ਇਹ ਸਾਰੀਆਂ ਜੋ ਖੋਜਾਂ, ਹੈ ਨਾ, ਖੁਦਾਈ ਦੇ ਸਮੇਂ ਜੋ ਸਾਨੂੰ ਮਿਲੀਆਂ, ਖੋਜ ਕੀਤੀ ਗਈ ਹੈ ਨਾ, ਇਹਨਾਂ ਦੀ ਖੁਦਾਈ ਸਮੇਂ ਹੀ ਮਿਲੀਆਂ ਇਹ ਸਭ। ਸੋ ਇਹ ਸਭ ਕੀ ਨੇ, ਇਹ ਸਾਨੂੰ ਦੱਸਦੀਆਂ ਨੇ, ਇਹਨਾਂ ਨੇ ਕਾਫੀ ਸਾਡੀ ਮਦਦ ਕੀਤੀ ਹੈ ਦੱਸਣ ਵਿੱਚ ਉਸ ਸਮੇਂ ਦੇ ਦੌਰਾਨ ਜੋ ਹੋਇਆ। ਜਾਂ ਅਸੀਂ ਕਹਿ ਸਕਦੇ ਹਾਂ ਕਿ ਨਵੇਂ ਯੁੱਗ ਦੇ ਬਾਰੇ ਸਾਨੂੰ ਇਹਨੇ ਕਾਫੀ ਕੁਛ, ਇਹਨਾਂ ਖੁਦਾਈ ਕਰਕੇ ਸਾਨੂੰ ਇਹਨਾਂ ਦੇ ਬਾਰੇ ਪਤਾ ਲੱਗਿਆ। ਨਾਓ ਸੈਕਿੰਡ ਕੁਐਸਚਨ, ਹਾਊ ਡਿਡ ਐਗਰੀਕਲਚਰ ਚੇਂਜ ਦ ਲਾਈਫ ਸਟਾਈਲ ਆਫ ਅਰਲੀ ਹਿਊਮਨਸ। ਸੋ ਜੋ ਮੁੱਢਲੇ ਮਨੁੱਖ ਸਨ, ਉਹਨਾਂ ਦੀ ਜੋ ਜੀਵਨ ਸ਼ੈਲੀ ਸੀ, ਹੈ ਨਾ, ਉਸਨੂੰ ਬਦਲਣ ਦੇ ਵਿੱਚ, ਹੈ ਨਾ, ਜੋ ਐਗਰੀਕਲਚਰ ਹੈ ਉਸਦਾ ਕੀ ਮਹੱਤਵ ਰਿਹਾ, ਜਾਂ ਆਪਾਂ ਕਹਿ ਸਕਦੇ ਹਾਂ ਉਸਦੇ ਹਾਊ ਡਿਡ, ਕਿਸ ਤਰ੍ਹਾਂ ਐਗਰੀਕਲਚਰ ਨੇ, ਖੇਤੀਬਾੜੀ ਨੇ ਮੁੱਢਲੇ ਮਨੁੱਖਾਂ ਦਾ ਜੋ ਜੀਵਨ ਦਾ ਢੰਗ ਸੀ ਉਹ ਬਦਲ ਦਿੱਤਾ। ਨਾਓ ਆਂਸਰ ਇਜ਼ ਐਗਰੀਕਲਚਰ ਚੇਂਜ ਦ ਲਾਈਫ ਸਟਾਈਲ ਆਫ ਦ ਅਰਲੀ ਹਿਊਮਨਸ। ਸੋ ਜੋ ਖੇਤੀਬਾੜੀ ਹੈ ਉਸਨੇ ਜੋ ਜੀਵਨ ਸ਼ੈਲੀ ਸੀ ਮੁੱਢਲੇ ਮਨੁੱਖਾਂ ਦੀ ਇੱਕਦਮ ਬਦਲ ਦਿੱਤੀ। ਨਾਓ ਹੁਣ ਦੇ ਸਟੇਡ ਇਨ ਵਨ ਪਲੇਸ, ਉਹ ਇੱਕ ਜਗ੍ਹਾ 'ਤੇ ਰਹਿਣ ਲੱਗ ਪਏ ਸਨ। ਐਂਡ ਗ੍ਰਿਊ ਕ੍ਰੌਪਸ, ਅਤੇ ਇੱਕ ਜਗ੍ਹਾ 'ਤੇ ਰਹਿ ਕੇ ਹੀ ਵਸ ਗਏ ਸਨ, ਅਤੇ ਉੱਥੇ ਫਸਲਾਂ ਉਹਨਾਂ ਨੇ ਉਗਾ ਦਿੱਤੀਆਂ। ਫਰੋਮ ਫੂਡ ਗੈਦਰਰਸ ਦੇ ਬਿਕਮ ਫੂਡ ਪ੍ਰੋਡਿਊਸਰਸ, ਹੈ ਨਾ, ਫੂਡ ਗੈਦਰਰਸ ਯਾਨੀ ਕਿ ਭੋਜਨ ਇਕੱਠਾ ਕਰਨ ਵਾਲਿਆਂ ਤੋਂ ਉਹ ਖਾਣੇ ਦੇ ਉਤਪਾਦਕ, ਪ੍ਰੋਡਿਊਸਰਸ ਕੌਣ ਹੁੰਦੇ, ਉਤਪਾਦਕ, ਹੈ ਨਾ, ਉਤਪਾਦਕ ਬਣ ਗਏ। ਸੋ ਦੇ ਸੈਟਲਡ ਡਾਊਨ ਐਂਡ ਸਟਾਰਟਡ ਅ ਨਾਰਮਲ ਲਾਈਫ ਵਿਦ ਰੈਗੂਲਰ ਫੂਡ ਸਪਲਾਈ।
ਸੋ ਹੁਣ ਉਹ ਉੱਥੇ ਵਸ ਗਏ ਅਤੇ ਇੱਕ ਆਮ ਜ਼ਿੰਦਗੀ ਜਿਉਣ ਲੱਗੇ, ਜਿਸ ਤਰ੍ਹਾਂ ਕਿ ਡੇਲੀ ਉਹ ਆਪਣਾ ਫੂਡ ਸਪਲਾਈ ਕਰਨ ਲੱਗ ਪਏ ਇਸ ਤਰ੍ਹਾਂ। ਸੋ ਦੇ ਮੇਡ ਮਡ ਹਾਊਸਿਸ ਨੀਅਰ ਦੇਅਰ ਫੀਲਡਸ। ਸੋ ਉਹ ਆਪਣੇ ਜਿੱਥੇ ਉਹਨਾਂ ਦੇ ਖੇਤ ਹੁੰਦੇ ਸਨ ਨਾ, ਉੱਥੇ ਮਡ ਹਾਊਸ ਬਣਾ ਲੈਂਦੇ ਸੀ। So this change in their lifestyle was, however, not sudden but gradual. ਸੋ ਇਹ ਜੋ ਵੀ ਉਹਨਾਂ ਦੇ ਜੀਵਨ ਦੇ ਵਿੱਚ ਸੁਧਾਰ ਆਇਆ ਜਾਂ ਜਿਸ ਤਰ੍ਹਾਂ ਕਿ ਜੀਵਨ ਸ਼ੈਲੀ ਦੇ ਵਿੱਚ ਤਬਦੀਲੀ, ਇਹ ਅਚਾਨਕ ਨਹੀਂ ਆਈ ਸੀ, ਹੈ ਨਾ, ਅਚਾਨਕ ਤਾਂ ਨਹੀਂ ਆਈ ਸੀ। however not sudden but gradual, ਹੌਲੀ ਹੌਲੀ ਆਈ ਸੀ। Now question number 3, write a short note on the Neolithic tools. ਸੋ ਜੋ ਨਿਓਲਿਥਿਕ ਸੰਦ ਹੈ ਨਾ, ਨਵੇਂ ਯੁੱਗ ਦੇ ਸੰਦ ਸਨ, ਉਹਨਾਂ ਦੇ ਉੱਤੇ ਅਸੀਂ ਇੱਕ ਸ਼ਾਰਟ ਨੋਟ ਲਿਖਣਾ ਹੈ ਜੋ ਅਸੀਂ ਪੜ੍ਹਿਆ ਹੈ। ਸੋ ਹਾਊ ਆਰ ਦੇ ਡਿਫਰੈਂਟ ਫਰੋਮ ਦ ਪੇਲੀਓਲਿਥਿਕ ਟੂਲਸ। ਸੋ ਜੋ ਪੇਲੀਓਲਿਥਿਕ ਟੂਲ ਪੁਰਾਤਤਵ ਯੁੱਗ ਦੇ ਸੰਦਾਂ ਨਾਲੋਂ ਉਹਨਾਂ ਦੇ ਵਿੱਚ ਕੀ ਡਿਫਰੈਂਸ ਸੀ, ਹੈ ਨਾ, ਕਿਵੇਂ ਉਹ ਵੱਖ ਸਨ। Now answer is mortar and pestles were two very important Neolithic tools. ਸੋ ਕਹਿੰਦੇ ਕਿ ਨਵੇਂ ਯੁੱਗ ਦੇ ਮਹੱਤਵਪੂਰਨ ਸੰਦ ਸਨ ਕੌਣ? ਮੋਟਰ ਐਂਡ ਪੀਸਟਲਸ, ਯਾਨੀ ਕਿ ਉਖਲੀਆਂ ਅਤੇ ਕੋਟਨੇ, ਹੈ ਨਾ, ਦੋ ਬਹੁਤ ਹੀ ਇੰਪੋਰਟੈਂਟ ਯਾਨੀ ਕਿ ਮਹੱਤਵਪੂਰਨ ਸੰਦ ਸਨ ਇਸ ਯੁੱਗ ਦੇ, ਨਿਓਲਿਥਿਕ ਯੁੱਗ ਦੇ। ਸੋ ਦੇ ਵਰ ਯੂਜ਼ ਫॉर ਗ੍ਰਾਈਂਡਿੰਗ, ਉਹ ਕਾਹਦੇ ਲਈ? ਉਹ ਦਾਣਿਆਂ ਨੂੰ ਪੀਸਣ ਦੇ ਲਈ ਵਰਤੇ ਜਾਂਦੇ ਸਨ। ਨਿਓਲਿਥਿਕ ਟੂਲਸ ਵਰ ਵੈਰੀ ਡਿਫਰੈਂਟ ਫਰੋਮ ਪੇਲੀਓਲਿਥਿਕ ਟੂਲਸ। ਸੋ ਨਵੇਂ ਯੁੱਗ ਦੇ ਸੰਦ ਪੁਰਾਤਤਵ ਯੁੱਗ ਤੋਂ ਪੂਰੀ ਤਰ੍ਹਾਂ ਬਿਲਕੁਲ ਵੱਖਰੇ ਸਨ। ਸੋ ਇਸ ਤਰੀਕੇ ਨਾਲ ਨਿਓਲਿਥਿਕ ਟੂਲਸ ਵਰ ਵੈਲ ਪੋਲਿਸ਼ਡ ਵਿਦ ਅ ਫਾਈਨ ਕਟਿੰਗ ਐਜ। ਸੋ ਨਵੇਂ ਯੁੱਗ ਦੇ ਸੰਦਾਂ ਨੂੰ ਵਧੀਆ ਕੱਟਣ ਵਾਲੇ ਕਿਨਾਰਿਆਂ ਨਾਲ ਚੰਗੀ ਤਰ੍ਹਾਂ ਪਾਲਿਸ਼ ਕੀਤਾ ਗਿਆ ਸੀ। ਸੋ ਪੇਲੀਓਲਿਥਿਕ ਟੂਲਸ ਵਰ ਆਲਸੋ ਯੂਜ਼ਡ। ਸੋ ਪੋਲੀਓਲਿਥਿਕ ਸੰਦ ਜਿਹੜੇ ਕਿ ਉਹ ਵੀ ਵਰਤਦੇ ਜਾਂਦੇ ਰਹੇ, ਹੈ ਨਾ, ਉਹ ਵੀ ਯੂਜ਼ ਕੀਤੇ ਜਾਂਦੇ ਰਹੇ। ਬੋਨਸ ਵਰ ਆਲਸੋ ਯੂਜ਼ ਟੂ ਮੇਕ ਟੂਲਸ। ਸੋ ਜੋ ਹੱਡੀਆਂ, ਹੈ ਨਾ, ਕੁਝ ਹੱਡੀਆਂ ਦੀ ਵਰਤੋਂ ਕਰਕੇ ਵੀ ਸੰਦ ਬਣਾਏ ਗਏ ਸਨ। ਨਿਓਲਿਥਿਕ ਟੂਲਸ ਹੈਵ ਬੀਨ ਫਾਊਂਡ ਇਨ ਕਸ਼ਮੀਰ ਐਂਡ ਕਰਨਾਟਕ। ਸੋ ਕਸ਼ਮੀਰ ਅਤੇ ਕਰਨਾਟਕ ਦੇ ਵਿੱਚ ਨਿਓਲਿਥਿਕ ਸੰਦ ਜੋ ਹਨ ਉਹ ਮਿਲੇ ਹਨ। ਨਾਓ ਕੁਐਸਚਨ ਨੰਬਰ 4, ਰਾਈਟ ਅਬਾਊਟ 2 ਚੇਂਜਸ ਇਨ ਦ ਲਾਈਫ ਆਫ ਦ ਹਰਲੀ ਹਿਊਮਨਸ ਡਿਊਰਿੰਗ ਦ ਨਿਓਲਿਥਿਕ ਏਜ। ਸੋ ਨਵੇਂ ਯੁੱਗ ਦੇ ਦੌਰਾਨ ਜੋ ਵੀ ਜੀਵਨ ਸ਼ੈਲੀ ਦੇ ਵਿੱਚ, ਕਿਸ ਦੀ ਜੀਵਨ ਸ਼ੈਲੀ ਵਿੱਚ? ਮੁੱਢਲੇ ਮਨੁੱਖਾਂ ਦੀ ਜੀਵਨ ਸ਼ੈਲੀ ਦੇ ਵਿੱਚ ਜੋ ਵੀ ਬਦਲਾਵ ਆਇਆ, ਸੋ ਅਸੀਂ ਉਹ 2 ਬਦਲਾਵ ਲਿਖਣੇ ਹਨ ਵੀ ਕੀ ਬਦਲਾਵ ਆਏ, 2 ਬਦਲਾਵ ਲਿਖਣੇ ਨੇ ਇਹਨਾਂ ਵਿੱਚੋਂ। Now fourth answer is the 2 changes in the life of the Neolithic people. So ਕਹਿੰਦੇ 2 ਬਦਲਾਵ ਕਿਸ ਦੀ ਜ਼ਿੰਦਗੀ ਦੇ ਵਿੱਚ? of the Neolithic people, ਜੋ ਨਵੇਂ ਯੁੱਗ ਦੇ ਲੋਕ ਸਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ 2 ਬਦਲਾਵ ਉਹ ਸਨ were the discovery of agriculture। ਕਿਹੜੇ ਸੀ? ਪਹਿਲਾ ਹੈਗਾ ਸੀ discovery of agriculture, ਜੋ ਖੇਤੀਬਾੜੀ ਦੀ ਖੋਜ ਕੀਤੀ ਗਈ ਸੀ, and the invention of the wheel, ਅਤੇ ਜੋ ਪਹੀਏ ਦੀ ਕਾਢ ਕੱਢੀ ਗਈ ਸੀ। ਇਹ 2 ਮੁੱਖ ਕੀ ਸਨ? ਚੇਂਜਸ, ਜੋ ਬਦਲਾਵ ਆਏ ਸਨ ਉਸ ਸਮੇਂ ਦੇ ਲੋਕਾਂ ਦੇ ਵਿੱਚ। ਸੋ ਦ ਫੋਰਮਰ ਚੇਂਜ them from food gatherers to food producers। ਸੋ ਜੋ ਪਹਿਲਾਂ ਨੇ ਉਹਨਾਂ ਨੂੰ ਭੋਜਨ ਇਕੱਠਾ ਕਰਨ ਵਾਲੇ ਤੋਂ ਭੋਜਨ ਉਤਪਾਦਕਾਂ ਵਿੱਚ ਬਦਲ ਦਿੱਤਾ। ਐਂਡ ਦੇ began to lead a settled life, ਅਤੇ ਉਹਨਾਂ ਨੇ ਭੋਜਨ ਦੀ ਨਿਯਮਤ ਸਪਲਾਈ ਦੇ ਨਾਲ ਸਥਿਰ ਜੀਵਨ ਬਤੀਤ ਕਰਨਾ ਸ਼ੁਰੂ ਕੀਤਾ, ਹੈ ਨਾ, with a regular supply of food। So the latter was an important step in the development of early humans। ਸੋ ਬਾਅਦ ਦਾ ਹੋਇਆ ਜੋ ਵੀ, ਹੈ ਨਾ, ਆਧੁਨਿਕ ਸ਼ੁਰੂਆਤੀ ਮਨੁੱਖਾਂ ਦੇ ਵਿਕਾਸ ਦਾ ਇੱਕ ਮਹੱਤਵਪੂਰਨ ਕਦਮ ਸੀ, ਜੋ ਬਾਅਦ ਵਿੱਚ ਜੋ ਵੀ ਉਹਨਾਂ ਨੇ ਕੀਤਾ, ਹੈ ਨਾ, ਇੱਕ ਮਹੱਤਵਪੂਰਨ ਕਦਮ ਸੀ ਇਹ। ਸੋ they could now travel easily and move heavy loads faster than before। ਸੋ ਹੁਣ ਉਹ ਆਸਾਨੀ ਨਾਲ ਯਾਤਰਾ ਕਰ ਸਕਦੇ ਸਨ ਅਤੇ ਭਾਰੀ ਜੋ ਬੋਝ ਸੀ ਉਹ ਪਹਿਲਾਂ ਨਾਲੋਂ ਤੇਜ਼ੀ ਨਾਲ ਅੱਗੇ ਤੱਕ ਢੋ ਸਕਦੇ ਸਨ।